हेलो बच्चों, आज आप 12th क्लास का 3rd चैप्टर स्टार्ट करने जा रहे हैं। चेंजिंग इन द प्रॉफिट शेयरिंग रेशियो अमंग द एग्जिस्टिंग पार्टनर्स। हाँ जी बच्चों, इस चैप्टर तो स्टार्ट करने तो पहले आप शॉर्टली रिवाइज कर लिए जल्दी कि पार्टनरशिप की हुंदी सी व्हेन टू और मोर पर्सनस वर्किंग टुगेदर टू अचीव कॉमन गोल्स एंड शेयर देयर प्रॉफिट एंड लॉस। एंड प्लस ਉਹਦੇ ਵਿੱਚ ਇੱਕ ਪਾਰਟਨਰਸ਼ਿਪ ਡੀਡ ਬਣਦੀ ਸੀ ਜਿਹਦਾ ਮਤਲਬ ਸੀਗਾ ਇੱਕ ਰਿਟਨ ਐਗਰੀਮੈਂਟ ਬਣਦਾ ਸੀ। ਜਿੰਨੇ ਵੀ ਪਾਰਟਨਰਸ ਹੁੰਦੇ ਸੀਗੇ ਤੇ ਉਹ ਐਗਰੀ ਕਰਦੇ ਸੀ ਕਿ ਅਸੀਂ ਇੰਨੇ ਪਰਸੈਂਟ ਰੇਸ਼ੀਓ ਸ਼ੇਅਰ ਕਰਾਂਗੇ, ਆਈਦਰ 1:1, 3:2, 1:1 ਵਟਐਵਰ ਜੋ ਵੀ ਉਹ ਡਿਸਾਈਡ ਕਰਦੇ ਸੀ ਉਹ ਪਾਰਟਨਰਸ਼ਿਪ ਡੀਡ ਦੇ ਅੰਦਰ ਲਿਖਿਆ ਜਾਂਦਾ ਸੀਗਾ। ਉਹਨਾਂ ਦੀ ਕੈਪੀਟਲ, ਉਹਨਾਂ ਦਾ ਐਡਰੈਸ ਲਿਖਿਆ ਜਾਂਦਾ ਸੀਗਾ। ਸੋ ਬੱਚਾ, ਜੇ ਆਪਾਂ ਹੁਣ ਇੱਥੇ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ ਚੇਂਜਿੰਗ ਇਨ ਦਾ ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਜਿਹੜੀ ਕਿ ਆਪਣੀ ਪਾਰਟਨਰਸ਼ਿਪ ਡੀਡ ਦੇ ਅੰਦਰ ਲਿਖੀ ਹੋਈ ਆ, ਤੇ ਜੇ ਆਪਾਂ ਉਸ ਡੀਡ ਦੇ ਜਿਹੜੀ ਰੇਸ਼ੋ ਆ ਰਿਟਨ ਰੇਸ਼ੋ ਨੂੰ ਆਪਾਂ ਚੇਂਜ ਕਰਨਾ ਚਾਹੁੰਦੇ ਆ ਤਾਂ ਉਹਦੇ ਲਈ ਆਪਾਂ ਨੂੰ ਫਰਮ ਦੇ ਜਿਹੜੀ ਡੀਡ ਆ ਔਰ ਜਿਹੜਾ ਮੀਨਸ ਐਗਰੀਮੈਂਟ ਆ ਉਹ ਖਤਮ ਕਰਨਾ ਪੈਣਾ ਤੇ ਨਵਾਂ ਬਣਾਉਣਾ ਪੈਣਾ। ਕਲੀਅਰ ਬੱਚਿਓ? ਸੋ ਇੱਥੇ ਆਪਾਂ ਉਹੀ ਅੱਜ ਪੜਾਂਗੇ। ਦੇਖੋ ਹੈ ਕੀ ਚੀਜ਼ ਇਹ change in the profit sharing ratio among the existing partner means it's a reconstitution of the firm. Reconstitution of the firm means ਉਹਦਾ ਦੁਬਾਰਾ ਐਗਰੀਮੈਂਟ ਹੋਊਗਾ without admission of partner, death of partner, retirement of partner. means ਜਿਹੜੇ ਪੁਰਾਣੇ ਪਾਰਟਨਰ ਨੇ ਉਹੀ ਆਪਣੀ ਰੇਸ਼ੋ ਦੇ ਵਿੱਚ ਚੇਂਜਸ ਕਰਨਾ ਚਾਹੁੰਦੇ ਨੇ ਕਿ ਆਪਾਂ ਜਿਹੜੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਆ ਉਹਦੇ ਵਿੱਚ ਕੁਝ ਚੇਂਜਸ ਕਰਨੇ ਨੇ, ਤਾਂ ਉਸ ਚੀਜ਼ ਨੂੰ ਕਰਨ ਲਈ ਆਪਾਂ ਨੂੰ ਰੀਕਨਸਟੀਟਿਊਸ਼ਨ ਆਫ ਫਰਮ ਕਰਨਾ ਪੈਣਾ। ਮੀਨਸ ਆਪਾਂ ਨੂੰ ਆਪਣਾ ਐਗਰੀਮੈਂਟ ਹੈ ਜਿਹੜਾ ਦੁਬਾਰਾ ਬਣਾਉਣਾ ਪੈਣਾ, ਪਾਰਟਨਰਸ਼ਿਪ ਡੀਡ ਦੁਬਾਰਾ ਬਣਾਉਣੀ ਪੈਣੀ ਆ। ਇੱਥੇ ਚੇਂਜਿੰਗ ਇਨ ਦਾ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕਿਵੇਂ ਹੋ ਰਹੀ ਆ? ਦੇਖੋ, ਆ ਫਰਮ ਇਜ਼ ਰੀਕਨਸਟੀਟਿਊਟਡ, ਮਤਲਬ ਫਰਮ ਦੇ ਵਿੱਚ ਕਦੋਂ ਚੇਂਜਸ ਆਉਂਦੇ, ਆਪਾਂ ਐਗਰੀਮੈਂਟ ਵਿੱਚ ਕਦੋਂ ਚੇਂਜਸ ਕਰਾਂਗੇ, ਜਾਂ ਤਾਂ ਕਹਿੰਦਾ ਪਾਰਟਨਰਸ ਨੇ ਰੇਸ਼ੋ ਚੇਂਜ ਕਰਨੀ ਹੋਵੇ। ਚੇਂਜਿੰਗ ਇਨ ਦਾ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਬਿਟਵੀਨ ਦਾ ਐਗਜ਼ਿਸਟਿੰਗ ਪਾਰਟਨਰ, ਜਾਂ ਕੋਈ ਨਵਾਂ ਪਾਰਟਨਰ ਆਇਆ ਹੋਵੇ, ਐਡਮਿਸ਼ਨ ਆਫ ਦਾ ਪਾਰਟਨਰ, ਜਾਂ ਡੈਥ ਹੋਈ ਹੋਵੇ, ਜਾਂ ਰਿਟਾਇਰਮੈਂਟ ਹੋਈ ਹੈ, ਜਾਂ ਅਮਲਗਾਮੇਸ਼ਨ ਹੋਈ ਹੋਵੇ। ਆ ਤਾਂ ਈਜ਼ੀਲੀ ਸੀਗੇ। ਅਮਲਗਾਮੇਸ਼ਨ ਦਾ ਮਤਲਬ ਹੁੰਦਾ ਕਿ ਜਦੋਂ ਦੋ ਫਰਮਸ ਨੇ, ਸਪੋਜ਼ ਕਰੋ ਫਰਮ A ਐਂਡ ਫਰਮ B ਦੋਨੋਂ ਅਲੱਗ-ਅਲੱਗ ਨੇ, ਮਿਲ ਕੇ ਇੱਕ ਨਵਾਂ ਬਿਜ਼ਨਸ ਖੋਲਦੇ ਨੇ, ਨਵੀਂ ਪਾਰਟਨਰਸ਼ਿਪ ਕਰਦੇ ਨੇ, ਜਿਹਨੂੰ ਆਪਾਂ ਕਹਿੰਦੇ AB ਫਰਮ, ਉਹ ਨਵੀਂ ਫਰਮ ਖੋਲ ਲੈਂਦੇ ਨੇ, AB ਫਰਮ ਜਿਹਦਾ ਨਾਮ ਰੱਖ ਲੈਂਦੇ ਨੇ। ਸੋ ਜਦੋਂ ਦੋ ਫਰਮ ਮਿਲ ਕੇ ਇੱਕ ਨਵੀਂ ਫਰਮ ਬਣ ਜਾਂਦੀ ਆ, ਉਸ ਚੀਜ਼ ਨੂੰ ਕਹਿੰਦੇ ਨੇ ਅਮਲਗਾਮੇਸ਼ਨ। ਕਲੀਅਰ ਬੱਚਿਓ? ਇਹ ਸਾਰੇ ਸਟੈਪਸ, ਜਦੋਂ ਆ 4-5 ਸਟੈਪਸ ਨੇ, ਰਿਟਾਇਰਮੈਂਟ, ਡੈਥ, ਅਮਲਗਾਮੇਸ਼ਨ, ਜਾਂ ਐਗਜ਼ਿਸਟਿੰਗ ਪਾਰਟਨਰ ਆਪਣੀ ਰੇਸ਼ੋ ਚੇਂਜ ਕਰਨਾ ਚਾਹੁੰਦੇ ਹੋਣ ਤਾਂ ਫਰਮ ਇਜ਼ ਰੀਕਨਸਟੀਟਿਊਟਡ, ਮਤਲਬ ਉਹਦੇ ਵਿੱਚ ਉਹਦਾ ਜਿਹੜਾ ਐਗਰੀਮੈਂਟ ਆ ਉਹਦੇ ਵਿੱਚ ਕੁਛ ਨਾ ਕੁਛ ਚੇਂਜਸ ਆਉਣਗੇ। ਕਲੀਅਰ ਬੱਚਿਓ? ਸੋ ਇਹ ਸੀਗਾ ਕਨਸੈਪਟ। ਹੁਣ ਅੱਜ ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਜਿਹੜਾ ਪਹਿਲਾ ਵਾ ਕਿ ਫਰਮ ਦੇ ਰੀਕਨਸਟੀਟਿਊਸ਼ਨ ਕਦੋਂ ਹੁੰਦੀ ਆ? ਜਦੋਂ ਚੇਂਜਿੰਗ ਇਨ ਦਾ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਅਮੰਗ ਦਾ ਐਗਜ਼ਿਸਟਿੰਗ ਪਾਰਟਨਰਸ, ਮਤਲਬ ਜਿਹੜੇ ਪਾਰਟਨਰਸ ਹੈਗੇ ਨੇ ਉਹ ਆਪਣੀ ਰੇਸ਼ੋ ਦੇ ਵਿੱਚ ਕੀ ਆ ਚੇਂਜਸ ਕਰਨਾ ਚਾਹੁੰਦੇ ਨੇ। ਕਿਵੇਂ ਦੇ ਚੇਂਜਸ ਹੋ ਸਕਦੇ ਆ? ਦੇਖੋ, ਸਪੋਜ਼ ਕਰੋ ਇੱਕ ਪਾਰਟਨਰ A ਆ ਔਰ ਇੱਕ ਪਾਰਟਨਰ B ਆ, ਦੋਨੇ ਬਿਜ਼ਨਸ ਕਰ ਰਹੇ ਨੇ 1:1, ਮਤਲਬ ਦੋਨਾਂ ਦੀ ਜਿਹੜੀ ਰੇਸ਼ੋ ਆ ਉਹ 1:1 ਆ। 1:1 that means equally distribution of profit, equally distribution of profits. clear ਬੱਚਿਓ? so that means ਜੇ ਫਰਮ ਨੂੰ 1 ਲੱਖ ਰੁਪਇਆ ਪ੍ਰੋਫਿਟ ਹੋਇਆ, ਜੇ ਪ੍ਰੋਫਿਟ 1 ਲੱਖ ਰੁਪਇਆ ਹੋਇਆ, that means ਇਹ ਕਿੰਨਾ ਲਊਗਾ? 50,000, ਔਰ ਇਹ ਕਿੰਨਾ ਲਊਗਾ ਜੀ? 50,000। ਬਟ ਆਪਾਂ ਗੱਲ ਕਿਸ ਕਰਦੇ ਆ? ਆਪਾਂ ਗੱਲ ਕਰ ਰਹੇ ਆ ਬੱਚਿਓ ਚੇਂਜਿੰਗ ਇਨ ਦਾ ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਔਰ ਹੁਣ ਹੋਗੀ ਚੇਂਜ। ਚੇਂਜ ਕੀ ਹੋ ਗਿਆ? A ਰੇਸ਼ੋ B ਦੇ ਜਿਹੜੀ ਰੇਸ਼ੋ ਬਣ ਗਈ ਉਹ ਸਪੋਜ਼ ਕਰੋ ਕਿ 2:1 ਹੋਗੀ। A ਕਹਿੰਦਾ ਮੈਂ ਜ਼ਿਆਦਾ ਬਿਜ਼ਨਸ ਹੈਂਡਲ ਕਰਦਾ, B ਕਹਿੰਦਾ ਓਕੇ ਮੈਂ ਹੁਣ ਇਹਨਾਂ ਇਨਵੈਸਟ ਨਹੀਂ ਕਰ ਸਕਦਾ, ਜਾਂ A ਨੇ ਵਟ ਐਵਰ ਉਹਨਾਂ ਦੀ ਅੰਡਰਸਟੈਂਡਿੰਗ ਹੋਈ ਤੇ ਉਹਨਾਂ ਦੀ ਜਿਹੜੀ ਸ਼ੇਅਰਿੰਗ ਪਾਵਰ ਆ ਉਹ 2:1 ਹੋਗੀ। ਹੁਣ ਜਦੋਂ 2:1 ਪਾਵਰ ਹੋ ਗਈ ਤੇ ਜੇ ਕੰਪਨੀ ਨੂੰ ਪ੍ਰੋਫਿਟ ਹੋ ਰਿਹਾ 1 ਲੱਖ ਰੁਪਇਆ
प्रॉफिट हो रहा बच्चे ਤੁਸੀਂ 75000 लगा लो, जे कंपनी ਨੂੰ प्रॉफिट हो रहा 75000 और फिर कितना हो जाऊगा डिस्ट्रीब्यूट कितना होगा, इनू 50000 हो जाऊगा और इनू 25000 हो जाऊगा। क्लीयर बच्चों, इत्थे इक्वल रेशियो सी तां इक्वली डिस्ट्रीब्यूट हो गया। मैं एक इत्थे होर एग्जांपल लिख लेने, सपोज करो इत्थे 75000 हुंदा, आ फर्स्ट एग्जांपल सीगी। एक सेकंड एग्जांपल लिख लेने आ, ਆਪਾਂ ਸੈਕੰਡ ਐਗਜ਼ਾਮਪਲ ਲਿਖ ਲੈਂਦੇ ਆ ਕਿ ਇੱਥੇ 75000 ਸੈਕੰਡ ਪ੍ਰੋਫਿਟ ਹੋਇਆ ਹੁੰਦਾ ਤਾਂ ਕਿੰਨਾ ਆ ਜਾਣਾ ਸੀਗਾ, ਜਲਦੀ ਜਲਦੀ ਕੈਲਕੂਲੇਟ ਕਰੋ, ਆਈ ਥਿੰਕ 37500 ਆ ਜਾਣਾ ਸੀ। 37500 37500 ਦੋਨਾਂ ਨੂੰ ਇਕੁਅਲ ਡਿਸਟ੍ਰੀਬਿਊਸ਼ਨ ਹੋ ਜਾਣੀ ਸੀ। ਸੋ ਜਦੋਂ ਰੇਸ਼ੋ ਚੇਂਜ ਹੁੰਦੀ ਆ ਬੱਚੇ ਐਗਜ਼ਿਸਟਿੰਗ ਪਾਰਟਨਰਸ ਦੇ ਵਿੱਚ, ਜਦੋਂ ਵੀ ਰੇਸ਼ੋ ਚੇਂਜ ਹੋਊਗੀ ਐਗਜ਼ਿਸਟਿੰਗ ਪਾਰਟਨਰਸ ਦੇ ਵਿੱਚ, ਸੋ ਕੀ ਹੋਊਗਾ ਜਿਹੜਾ ਉਹਨਾਂ ਦਾ ਪ੍ਰੋਫਿਟ ਡਿਸਟ੍ਰੀਬਿਊਸ਼ਨ ਆ ਉਹਦੇ ਵਿੱਚ ਕੀ ਆ ਡਿਫਰੈਂਸਿਸ ਆ ਜਾਣਗੇ। ਲਾਈਕ ਆਪਣੀ ਰੇਸ਼ੋ ਚੇਂਜ ਹੋਈ 2:1 ਹੋਈ ਨਿਊ ਰੇਸ਼ੋ, ਤਾਂ ਉਹਦੇ ਵਿੱਚ ਜੇ 75000 ਨੂੰ ਡਿਸਟ੍ਰੀਬਿਊਟ ਕਰਾਂਗੇ, ਇੱਥੇ ਡਿਸਟ੍ਰੀਬਿਊਟ ਕਰਦੇ ਸੀਗੇ ਤਾਂ ਕਿੰਨਾ ਆਉਂਦਾ ਸੀ ਬੱਚੇ 37500 37500, ਬਟ ਉਹੀ 75000 ਨੂੰ ਜਿੱਥੇ ਡਿਸਟ੍ਰੀਬਿਊਟ ਕਰਾਂਗੇ ਤਾਂ A ਨੂੰ 50000 ਜਾਊਗਾ ਤੇ B ਨੂੰ 25000 ਜਾਊਗਾ। ਹੁਣ ਹੁੰਦਾ ਕੀ ਆ, ਰੇਸ਼ੋ ਚੇਂਜ ਕਰਨਾ ਹੋਇਆ ਕੀ, ਪਹਿਲਾ ਤਾਂ ਆਪਣਾ ਐਗਰੀਮੈਂਟ ਦੁਬਾਰਾ ਬਣੂਗਾ। ਦੂਸਰਾ, ਜਦੋਂ ਵੀ ਰੇਸ਼ੋ ਚੇਂਜਸ ਹੁੰਦੀਆਂ ਬੱਚੇ ਉਦੋਂ ਇੱਕ ਪਾਰਟਨਰ ਨੂੰ ਫਾਇਦਾ ਹੁੰਦਾ ਤੇ ਇੱਕ ਪਾਰਟਨਰ ਨੂੰ ਲਾਸ ਹੁੰਦਾ। ਕਲੀਅਰ ਬੱਚਿਓ, ਇੱਕ ਪਾਰਟਨਰ ਨੂੰ ਫਾਇਦਾ ਹੁੰਦਾ ਔਰ ਦੂਸਰੇ ਪਾਰਟਨਰ ਨੂੰ ਕੀ ਆ ਬੱਚੇ ਲਾਸ ਹੁੰਦਾ ਵਾ। ਜਿਹੜਾ ਬੱਚੇ ਜਿਹਨੂੰ ਫਾਇਦਾ ਹੁੰਦਾ ਉਹਨੂੰ ਆਪਾਂ ਕਹਿੰਦੇ ਆ ਗੇਨਿੰਗ ਪਾਰਟਨਰ। ਕੀ ਕਹਿੰਦੇ ਆ ਬੱਚੇ, ਗੇਨਿੰਗ ਪਾਰਟਨਰ। और जिन्हों बच्चे लॉस हुंदा उन्होंने की कहने आप सैक्रीफाइस पार्टनर, गेनिंग पार्टनर एंड सैक्रीफाइस पार्टनर। क्लीयर बच्चों, हुण देखो आप यही एग्जाम्पल नूं रिपीट करते हैं। जो 75000 प्रॉफिट होया दोने पार्टनर्स नूं 37000 मिल रहा सीगा, ये होगी ओल्ड रेशो 1:1। जिवें ही न्यू रेशो आई, न्यू रेशो की अपनी 2:1, ए पार्टनर कहता मैं मतलब 2/3 ऑफ द प्रॉफिट लऊंगा, बी एग्री आ 1/3 ऑफ द प्रॉफिट ते उन्हां दा एग्रीमेंट हो गया। दैन जिहड़ी रेशो आ जिहड़ा प्रॉफिट डिस्ट्रीब्यूशन आ ਉਹ ਇਹਨੂੰ 50000 ਹੋ ਗਿਆ, ਇਹਨੂੰ 25000 ਹੋ ਗਿਆ। ਜੇ ਤੁਸੀਂ ਇਹਦੇ 올ਡ ਰੇਸ਼ੋ ਨਾਲ ਕੰਪੈਰੀਜ਼ਨ ਕਰੋ ਤਾਂ A ਨੂੰ ਇੱਥੇ ਮਿਲਦਾ ਸੀ 37500 ਰੁਪਈਆ ਔਰ B ਨੂੰ ਇੱਥੇ ਕਿੰਨਾ ਮਿਲਦਾ ਸੀ ਬੱਚੇ 37500, बट न्यू रेशो च A ਨੂੰ ਮਿਲਦਾ 50000, ਪਹਿਲਾਂ ਕਿੰਨਾ ਮਿਲਦਾ ਸੀ 37500, ਹੁਣ ਕਿੰਨਾ ਮਿਲ ਰਿਹਾ 50000 ਬੱਚੇ ਦੇਖੋ। ਔਰ B ਨੂੰ ਕਿੰਨਾ ਮਿਲਦਾ ਹੁਣ ਨਿਊ ਰੇਸ਼ੋ ਚ ਮਿਲ ਰਿਹਾ ਬੱਚੇ 25000 ਰੁਪਇਆ ਔਰ ਪੁਰਾਣੀ ਰੇਸ਼ੋ ਚ ਕਿੰਨਾ ਮਿਲਦਾ ਵਾ 37500। ਜੇ ਤੁਸੀਂ ਇਸ ਚੀਜ਼ ਨੂੰ ਧਿਆਨ ਨਾਲ ਦੇਖੋ ਬੱਚੇ ਤਾਂ ਕਲੀਅਰ ਕੱਟ 12500 ਰੁਪਏ ਦਾ ਇਸ ਬੰਦੇ ਨੂੰ ਪ੍ਰੋਫਿਟ ਹੋ ਰਿਹਾ, गेन हो रहा 12500 का, इनू कितना हो रहा बच्चे गेन हो रहा। और इस परसन नू किया सैक्रीफाइस, ये लॉस नहीं कह सकते आप बच्चे, ये किया सैक्रीफाइस कर रहा बच्चे पार्टनर थोड़ा। सैक्रीफाइस किन्ने दा 12500 का। बस यही चैप्टर आ, जे थोनू आ चीज समझ लग गई यही चैप्टर शॉर्ट दे विच मैं थोड़ा जिहा फिर रिपीट कर देना थोनू बच्चे शॉर्ट दे विच कि देखो जे इत्थे 75000 प्रॉफिट लैने आ और जे इन्हां दी ओल्ड रेशो मैं इत्थे लिख दिना ओल्ड रेशो आ, ओल्ड रेशो आ जिहड़ी बच्चे 1:1 आ और न्यू रेशो आ बच्चे न्यू रेशो 2:1 आ। ओल्ड रेशो च जिहड़ा 75000 प्रॉफिट आ इक्वली डिस्ट्रीब्यूट हुंदा सी, न्यू रेशो च उही 75000 50000 ते 25000 च डिस्ट्रीब्यूट हो गया, जिथे A ਨੂੰ 12500 ਦਾ ਪ੍ਰੋਫਿਟ ਹੋ ਗਿਆ। 12500 ਕਿਵੇਂ ਆਇਆ ਬੱਚੇ 50000 ਜਿਹੜਾ ਨਿਊ ਰੇਸ਼ੋ ਦਾ ਪ੍ਰੋਫਿਟ ਸੀਗਾ ਤੇ ਆਪਾਂ ਕੰਪੈਰੀਜ਼ਨ ਕੀਤਾ ਇਹ ਅਸਲ ਦੇ ਵਿੱਚ ਉਹ ਆਪਣਾ 12500 ਆ ਗਿਆ ਕਿ ਇਹਨੂੰ ਗੇਨ ਹੋ ਗਿਆ ਇਹਦੇ ਕੰਪੈਰੀਜ਼ਨ ਨਾਲ ਔਰ ਉਹਦੇ ਕੰਪੈਰੀਜ਼ਨ ਨਾਲ ਉਹਨੂੰ ਲਾਸ ਹੋ ਗਿਆ 12500 ਦਾ। ਆ ਜਿਹੜਾ ਬੱਚੇ ਗੇਨ ਆ ਤੇ ਸੈਕਰੀਫਾਈਸ ਆ ਇਹ ਪਾਰਟਨਰਸ ਨੂੰ ਐਡਜਸਟ ਕਰਨਾ ਪੈਂਦਾ ਜਦੋਂ ਵੀ ਨਵਾਂ ਐਗਰੀਮੈਂਟ ਹੁੰਦਾ। ਸੋ ਕਿਵੇਂ ਹੁੰਦੀਆਂ ਇਹ ਸਾਰੀ ਕੈਲਕੂਲੇਸ਼ਨਸ, ਬਸ ਇਹਦੇ ਅੰਦਰ ਆਪਾਂ ਦੋ ਹੀ ਟੌਪਿਕ ਮੇਨ ਨੇ ਇਸ ਚੈਪਟਰ ਦੇ ਅੰਦਰ ਚੇਂਜਿੰਗ ਇਨ ਅ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦੇ ਅੰਦਰ
ਆਪਾਂ ਫਿਲਹਾਲ ਇਸ ਵੀਡੀਓ ਦੇ ਵਿੱਚ ਕਰਾਂਗੇ ਜੋ ਗੇਨਿੰਗ ਪਾਰਟਨਰਸ ਐਂਡ ਅ ਸੈਕਰੀਫਾਈਸ ਪਾਰਟਨਰ। ਹੁਣ ਆਪਾਂ ਇਸ ਟੌਪਿਕ ਨੂੰ ਇੱਕ ਐਗਜ਼ਾਮਪਲ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਬੱਚਿਓ, ਆਪਾਂ ਐਗਜ਼ਾਮਪਲ ਲੈਂਦੇ ਆ that A, B, C are the partners sharing a ratio 5:3:2 means ਜਿਹੜੀ ਇਹ ਆਪਣੀ ਕੀ ਆ ਰੇਸ਼ੋ ਗਿਵਨ ਆ 5, 3, 2 ਔਰ ਕੇਸ 1 ਲੈਨੇ ਆ ਆਪਾਂ। ਕੇਸ 1 ਕੀ ਆ if C acquire 1/5 share from A means ਇਹ ਆਪਣੀ ਰੇਸ਼ੋ ਆ ਜਿਹੜੀ ਚੇਂਜ ਕਰਨ ਫਿਰਦੇ ਆ ਔਰ C ਕਹਿੰਦਾ ਕਿ ਮੈਂ 1/5 ਹਿੱਸਾ A ਤੋਂ ਲਵਾਂਗਾ। ਸੋ ਇਹਦੇ ਨਾਲ ਕੀ ਹੋਊਗਾ, ਆਪਣੀ ਜਿਹੜੀ ਰੀਕਨਸਟੀਟਿਊਸ਼ਨ ਆਫ ਫਰਮ ਬਣੂਗੀ ਮੀਨਸ ਆਪਣੀ ਜਿਹੜੀ ਪਾਰਟਨਰਸ਼ਿਪ ਡੀਡ ਦੇ ਅੰਦਰ ਐਗਰੀਮੈਂਟ ਹੋਇਆ ਸੀ ਉਹ ਚੇਂਜ ਹੋਊਗਾ। ਔਰ ਆਜੋ ਆਪਾਂ ਇਸ ਚੀਜ਼ ਨੂੰ ਸਮਝਦੇ ਹਾਂ ਕਿ ਇਹਦੀ ਕੈਲਕੂਲੇਸ਼ਨ ਕਿਵੇਂ ਹੋਊਗੀ। ਆਪਾਂ ਕੇਸ 1 ਨੂੰ ਸਟੱਡੀ ਕਰਦੇ ਹਾਂ। ਕੇਸ 1 ਨੂੰ ਸਟੱਡੀ ਕਰਦੇ ਹਾਂ ਜਿਹਦੇ ਵਿੱਚ ਉਹ ਕਹਿ ਰਿਹਾ ਕਿ if C acquires the 1/5 share from A। ਹੁਣ ਇਹਦਾ ਮੀਨਿੰਗ ਕੀ ਆ ਬੱਚੇ? ਜੇ ਤੁਹਾਨੂੰ ਇਹਦਾ ਮੀਨਿੰਗ ਕਲੀਅਰ ਹੋ ਜੇ ਤਾਂ ਤੁਸੀਂ ਈਜ਼ੀਲੀ ਕਰ ਲਓਗੇ ਇਸ ਚੀਜ਼ ਨੂੰ। ਉਹ ਕਹਿ ਰਿਹਾ ਬੱਚੇ ਕਿ C ਆ ਜਿਹੜਾ 1/5 ਸ਼ੇਅਰ ਲੈ ਰਿਹਾ ਕਿਹਦਾ? A ਦਾ। ਹੁਣ A ਬੱਚੇ 1/5 ਸ਼ੇਅਰ ਲੈ ਰਿਹਾ A ਦਾ, ਇਹਦਾ ਮੀਨਿੰਗ ਕਨਸੈਪਟ ਸਮਝੋ। ਇਹਦਾ ਮੀਨਿੰਗ ਕੀ ਆ ਬੱਚੇ ਕਿ ਸਭ ਤੋਂ ਪਹਿਲਾਂ ਆਪਾਂ ਲਿਖਦੇ ਹਾਂ 올ਡ ਰੇਸ਼ੋ। A ਦੀ ਕਿੰਨੀ ਆ ਬੱਚੇ? B ਐਂਡ C। ਆ ਰੇਸ਼ੋ ਤੁਹਾਨੂੰ ਕੈਲਕੂਲੇਟ ਕਰਨਾ ਹੁੰਦੀ ਆ। ਟੋਟਲ ਹੋ ਗਿਆ 10। ਸੋ A ਦੀ ਕਿੰਨੀ ਹੋਗੀ? 5/10। B ਦੀ ਕਿੰਨੀ ਹੋਗੀ? 3/10 ਐਂਡ C ਦੀ ਕਿੰਨੀ ਹੋਗੀ? 2/10। ਹੁਣ ਬੱਚੇ ਫਰਸਟ ਕੇਸ ਚ ਕੀ ਆ? ਕਹਿੰਦਾ if C acquire 1/5 share from A, ਜੇ ਉਹਨੇ 1/5 ਹਿੱਸਾ ਲੈ ਲਿਆ A ਤੋਂ, ਕਿਨੇ? C ਨੇ। ਓਕੇ, ਦੈਟ ਮੀਨਸ B ਦਾ ਕੋਈ ਰੋਲ ਨਹੀਂਗਾ। ਸੋ A ਦਾ ਕਿੰਨਾ ਹਿੱਸਾ? 5/10। ਉਹਨੇ C ਨੇ A ਤੋਂ ਕਿੰਨਾ ਲੈ ਲਿਆ ਬੱਚੇ? ਕਿੰਨਾ ਸ਼ੇਅਰ ਐਕਵਾਇਰ ਕੀਤਾ? ਸ਼ੇਅਰ ਐਕਵਾਇਰ ਕਿੰਨਾ ਸ਼ੇਅਰ ਐਕਵਾਇਰ ਕੀਤਾ? 1/5। ਹੁਣ ਇਹਦਾ ਮੀਨਿੰਗ ਸਮਝੋ, ਮਾਈਨਸ ਕਿਉਂ ਕੀਤਾ? ਇਹਦਾ ਮਤਲਬ ਇਹ ਆ, ਮੈਂ ਤੁਹਾਨੂੰ ਛੋਟੀ ਸੌਖੀ ਜਿਹੀ ਐਗਜ਼ਾਮਪਲ ਦਿੰਦਾ ਕਿ A ਕੋਲੇ ਇੱਕ ਚਾਕਲੇਟ ਸੀ ਤੇ ਉਹ ਕਹਿੰਦਾ ਜੀ ਮੈਨੂੰ C ਆ ਕੇ ਕਹਿੰਦਾ ਮੈਨੂੰ ਹਾਫ ਚਾਕਲੇਟ ਦੇ ਦੇ। ਤੇ ਜੇ ਹੁਣ ਇਹ ਹਾਫ ਚਾਕਲੇਟ C ਨੂੰ ਦਊਗਾ ਤਾਂ A ਕੋਲੇ ਕਿੰਨੀ ਰਹੇਗੀ? ਹਾਫ ਰਹੇਗੀ ਨਾ। ਤਾਂ ਉਹ ਹਾਫ ਕਿਵੇਂ ਕੱਢੀ? ਉਹ ਬੱਚੇ ਉਹਨੇ ਮਾਈਨਸ ਕੀਤੀ, ਉਹ ਚੋਂ ਮਤਲਬ ਟੋਟਲ ਚਾਕਲੇਟ ਚੋਂ ਅੱਧਾ ਹਿੱਸਾ ਕੱਢਤਾ ਤੇ ਅੱਧਾ ਰਹਿ ਗਿਆ। ਬਸ ਆਪਾਂ ਉਹੀ ਕਰ ਰਹੇ ਹਾਂ। ਕਲੀਅਰ ਬੱਚੇ? ਆਪਾਂ ਉਹੀ ਕਰ ਰਹੇ ਹਾਂ। C ਨੇ ਐਕਵਾਇਰ ਕੀਤਾ 1/5 ਸ਼ੇਅਰ ਫਰੋਮ A। ਉਹਨੇ 1/5 ਲੈ ਲਿਆ C ਨੇ। 1/5 ਮਤਲਬ ਜੋ ਤੁਸੀਂ ਇਹਨੂੰ ਐਲਸੀਐਮ ਕਰਕੇ ਕੈਲਕੂਲੇਟ ਕਰੋਗੇ 10, 5 ਮਾਈਨਸ ਇਹ ਆ ਜਾਊਗਾ ਤੁਹਾਡਾ ਮੀਨਸ ਆਪਣਾ, ਜੇ ਤੁਸੀਂ ਇਹਨੂੰ ਕੈਲਕੂਲੇਸ਼ਨ ਕਰੋਗੇ 5 ਦੈਨ ਇਹ ਆ ਜਾਊਗਾ 2। ਦੈਟ ਮੀਨਸ ਜਿਹੜੀ A ਦਾ ਜਿਹੜਾ ਪਿੱਛੇ ਹਿੱਸਾ ਬਚ ਗਿਆ ਉਹ ਕਿੰਨਾ ਰਹਿ ਗਿਆ? 3/10। ਜਿਹੜੀ C ਦੀ ਨਿਊ ਰੇਸ਼ੋ A ਦੀ ਨਿਊ ਰੇਸ਼ੋ ਆ ਉਹ ਕਿੰਨੀ ਬਣ ਗਈ ਬੱਚੇ? 3/10 ਨਿਊ ਰੇਸ਼ੋ। ਆ 올ਡ ਸੀ। ਆਹ 5/10 ਚੋਂ 1/5 ਹਿੱਸਾ ਉਹਨੇ C ਨੂੰ ਦੇਤਾ। C ਨੂੰ ਦੇਤਾ, ਆਪਾਂ ਕੈਲਕੂਲੇਟ ਕਰ ਲਾਂਗੇ, ਮੈਥਮੈਟੀਕਲ ਕੈਲਕੂਲੇਸ਼ਨਸ ਨੇ। ਦੈਨ ਜਿਹੜੇ ਪਿੱਛੇ ਬਚ ਗਿਆ ਉਹ ਕਿੰਨਾ ਆ ਗਿਆ? 3/10। ਸੇਮ B ਦਾ ਇਹਦੇ ਵਿੱਚ ਕੋਈ ਡਿਸਕਸ਼ਨ ਨਹੀਂ। C ਦੇ ਲਈ ਕੀ ਹੋ ਗਿਆ ਬੱਚੇ? ਹੁਣ ਤੁਹਾਨੂੰ ਫੇਰ ਐਗਜ਼ਾਮਪਲ ਦਿੰਦਾ। ਉਹੀ ਚਾਕਲੇਟ ਜੇ A ਤੇ C ਕੋਲੇ ਇੱਕ ਸੀਗੀ ਤੇ C ਕਹਿੰਦਾ ਮੈਂ ਤੇਰੀ ਹਾਫ ਚਾਕਲੇਟ ਲਾਉਂਗਾ ਤੇ A ਨੇ ਉਹਨੂੰ ਹਾਫ ਚਾਕਲੇਟ ਦੇਤੀ, A ਲਈ ਤਾਂ ਉਹ ਮਾਈਨਸ ਹੋਗੀ, ਪਰ C ਲਈ ਕਿੰਨੀ ਹੋਗੀ? ਉਹਦੇ ਲਈ ਤਾਂ ਹੋਰ ਵੱਧ ਗਈ ਨਾ। ਉਹਦੇ ਕੋਲ ਇੱਕ ਪਹਿਲਾਂ ਸੀ, ਅੱਧੀ ਹੋਰ ਆ ਗਈ, ਉਹਦੀ 1.5 ਚਾਕਲੇਟ ਹੋ ਗਈ। 1.5 ਕਿਵੇਂ ਹੋਈ? ਮੀਨਸ ਆਪਾਂ ਪਲੱਸ ਕਰ ਦਾਂਗੇ 1/5। ਕਲੀਅਰ ਬੱਚੋ? ਸੋ ਇਹਨੂੰ ਤੁਸੀਂ ਕੈਲਕੂਲੇਟ ਕਰੋਗੇ ਜਲਦੀ। ਸੋ ਇਹਦਾ ਕਿੰਨਾ ਆ ਜਾਊਗਾ? ਸੋ ਜਦੋਂ ਤੁਸੀਂ ਇਹਨੂੰ ਕੈਲਕੂਲੇਟ ਕਰੋਗੇ ਇਹ ਆ ਜਾਊਗਾ 10 2 plus 2 that means 4/10। ਕਲੀਅਰ ਬੱਚਿਓ? ਸੋ C ਦਾ ਸ਼ੇਅਰ ਨਿਊ ਰੇਸ਼ੋ ਕਿੰਨੀ ਆ ਜਾਊਗੀ? 4/10। A ਦੀ ਨਿਊ ਰੇਸ਼ੋ ਕਿੰਨੀ ਆ ਜਾਊਗੀ? 3/10 ਔਰ B ਦੇ ਕੋਈ ਚੇਂजेस ਨਹੀਂ ਹੋਏ, 3/10। क्लियर बच्चों? सो न्यू रेशो इज 3:3:4। ਇਹ ਕੀ ਹੋਗੀ ਬੱਚੇ? न्यू रेशो ऑफ द फर्म ਜਿਹੜੀ ਐਗਰੀਮੈਂਟ ਦੇ ਵਿੱਚ ਦੁਬਾਰਾ ਬਣੂਗੀ। क्लियर? ਹੁਣ ਆਪਾਂ ਕਰਦੇ ਹਾਂ ਸੈਕਿੰਡ ਕੇਸ। ਹਾਂਜੀ ਬੱਚੇ,
ਸੈਕੰਡ ਕੇਸ ਸਮਝਣ ਦੀ ਕੋਸ਼ਿਸ਼ ਕਰੋ। ਕੇਸ ਸੈਕੰਡ ਕੀ ਆ? ਸੈਕੰਡ ਕੀ ਕਹਿੰਦਾ, ਇਫ C acquire 1/5 ਸ਼ੇਅਰ ਇਕੁਅਲੀ ਫਰੋਮ A and B। ਹੁਣ ਇਹਦਾ ਮੀਨਿੰਗ ਬੱਚੇ, ਕਈ ਬੱਚੇ ਸਮਝਣ ਚ ਗਲਤੀ ਕਰ ਜਾਂਦੇ ਆ ਕਿ ਇਸ ਲਾਈਨ ਦਾ ਮੀਨਿੰਗ ਕੱਢਦੇ ਆ ਕਿ C ਆ ਕੀ ਆ, ਉਹ 1/5 ਸ਼ੇਅਰ ਲੈ ਰਿਹਾ A ਤੋਂ ਵੀ ਤੇ 1/5 ਸ਼ੇਅਰ ਲੈ ਰਿਹਾ B ਤੋਂ ਵੀ। ਇਹ ਗਲਤ ਆ। ਉਹ ਕਹਿ ਰਿਹਾ ਕਿ C ਨੇ ਐਕਵਾਇਰ ਕੀਤਾ 1/5 ਸ਼ੇਅਰ, ਜਿਹੜਾ ਕਿ ਇਕੁਅਲੀ ਐਕਵਾਇਰ ਕੀਤਾ A ਤੇ B ਤੋਂ। ਹੁਣ ਇਹਦਾ ਮੈਂ ਇੱਕ ਛੋਟੀ ਐਗਜ਼ਾਮਪਲ ਦੇ ਕੇ ਕਨਸੈਪਟ ਕਲੀਅਰ ਕਰਦਾ। ਮੰਨ ਲਓ ਉਹ ਕਹਿੰਦਾ ਕਿ ਮੈਨੂੰ C ਕਹਿ ਰਿਹਾ ਕਿ ਮੈਨੂੰ ਇੱਕ ਚਾਕਲੇਟ ਚਾਹੀਦੀ ਆ, ਔਰ ਚਾਹੀਦੀ ਆ A ਤੇ B ਤੋਂ ਬਰਾਬਰ, ਮਤਲਬ ਜਿੰਨੀ A ਤੋਂ ਚਾਹੀਦੀ ਆ ਉਨੀ ਹੀ B ਤੋਂ ਚਾਹੀਦੀ ਆ, ਔਰ ਚਾਹੀਦੀ ਮੈਨੂੰ ਇੱਕ ਚਾਕਲੇਟ ਆ। ਸੋ ਅੱਧੀ A ਦਊਗਾ, ਅੱਧੀ B ਦਊਗਾ, ਦੋਨਾਂ ਨੂੰ ਮਿਲਾ ਕੇ ਕਿੰਨੀ ਬਣੂਗੀ? ਇੱਕ। ਸੇਮ ਇੱਥੇ ਬੱਚੇ, if C acquire 1/5 share equally from A and B, 1/5 share from A and B। ਹੁਣ C ਦਾ ਕਿੰਨਾ ਸ਼ੇਅਰ ਆ? 1/5, ਜਿਹੜਾ ਉਹ ਨਿਊ ਐਕਵਾਇਰ ਕਰਨ ਨੂੰ ਕਹਿ ਰਿਹਾ ਹਨਾ, ਜਿਹੜੀ ਉਹ ਐਕਵਾਇਰ ਕਰਨ ਨੂੰ ਕਹਿ ਰਿਹਾ, ਬਟ ਉਹ ਕਹਿ ਰਿਹਾ ਇਕੁਅਲੀ। ਇਕੁਅਲੀ ਮੀਨਸ A ਤੇ B ਦੇ ਵਿੱਚ। ਹੁਣ ਜੇ 1/5 ਦਾ ਇਕੁਅਲ ਡਿਸਟ੍ਰੀਬਿਊਟ ਕਰਨਾ ਹੋਵੇ ਤਾਂ ਤੁਸੀਂ ਮਲਟੀਪਲਾਈ ਬਾय ਹਾਫ ਕਰੋਗੇ। 1/5 ਮਲਟੀਪਲਾਈ ਬਾय ਹਾਫ। ਕਈ ਬੱਚੇ ਚ ਕਨਫਿਊਜ਼ ਹੋ ਜਾਣਗੇ ਕਿ ਮਲਟੀਪਲਾਈ ਬਾय ਹਾਫ ਕਿਉਂ ਕੀਤਾ। ਹੁਣ ਮੈਂ ਤੁਹਾਨੂੰ ਇੱਥੇ ਇੱਕ ਸਾਈਡ ਤੇ ਛੋਟਾ ਜਿਹਾ ਰਫ ਵਰਕ ਦੇਣਾ। ਜੇ ਮੈਂ ਤੁਹਾਨੂੰ ਕਹਾਂ ਕਿ ਇੱਕ ਨੂੰ ਆਪਾਂ ਦੋ ਹਿੱਸਿਆਂ ਚ ਵੰਡਣਾ ਤਾਂ ਤੁਸੀਂ ਕੀ ਕਰਦੇ ਹੋ ਜੀ? 2 ਨਾਲ ਡਿਵਾਈਡ ਕਰ ਦਿੰਦੇ ਆ ਤਾਂ ਹਾਫ ਦੋ ਹਿੱਸਿਆਂ ਚ ਆ ਜਾਊਗਾ। ਇਹੀ ਹੁੰਦਾ ਨਾ, ਇਹੀ ਚੀਜ਼ ਇੱਥੇ ਕੀਤੀ ਆ ਕਿ ਆਪਾਂ 1/5 ਨੂੰ 2 ਨਾਲ ਡਿਵਾਈਡ ਕਰਤਾ, ਮੀਨਸ 1/2 ਨਾਲ ਡਿਵਾਈਡ ਕਰਤਾ ਔਰ ਉਹ ਇਕੁਅਲੀ ਡਿਸਟ੍ਰੀਬਿਊਟ ਕਰਤਾ। ਦੈਟ ਮੀਨਸ ਉਹ A ਤੋਂ ਵੀ 1/10 ਲੈ ਰਿਹਾ ਔਰ B ਤੋਂ ਵੀ 1/10 ਲੈ ਰਿਹਾ। ਕਲੀਅਰ ਬੱਚਿਓ? ਬਸ ਆਹੀ ਇੱਥੇ ਸਮਝਣ ਦੀ ਜ਼ਰੂਰਤ ਆ ਕਿ ਉਹ A ਤੋਂ ਵੀ 1/10 ਸ਼ੇਅਰ ਲਊਗਾ ਔਰ B ਤੋਂ ਵੀ 1/10 ਸ਼ੇਅਰ ਲਊਗਾ। ਜਦੋਂ ਤੁਸੀਂ ਇਹਨੂੰ ਸੋਲਵ ਕਰਕੇ ਦੇਖੋਗੇ, ਮੈਂ ਤੁਹਾਨੂੰ ਜਲਦੀ ਕਰਕੇ ਦਿਖਾ ਦਿੰਦਾ। 1/10 plus 1/10, ਏਦਾਂ ਨਾ ਦੇਖੋ ਕਿ ਇਹ ਜ਼ਿਆਦਾ ਲੈ ਰਿਹਾ ਸ਼ੇਅਰ, ਨਹੀਂ। ਜਦੋਂ ਤੁਸੀਂ 1/10 ਕਰੋਗੇ ਤਾਂ 2/5, ਇਹ ਐਗਜ਼ੈਕਟ 2/10, ਇਹ ਐਗਜ਼ੈਕਟਲੀ 1/5 ਹੀ ਬਣ ਜਾਊਗਾ। ਕਲੀਅਰ ਬੱਚੇ? ਇਕੁਅਲੀ ਡਿਸਟ੍ਰੀਬਿਊਟ ਕਰਨ ਦੇ ਲਈ ਆਪਾਂ ਇਦਾਂ ਕੀਤਾ ਵਾ। ਸੋ ਆ ਜਿਹੜਾ ਸ਼ੇਅਰ ਲੈ ਰਿਹਾ, ਹੁਣ ਆਪਾਂ ਇਹ ਦੇਖਾਂਗੇ ਤੇ A ਤੇ B ਦੀ ਵੈਲਿਊ ਤੇ ਕੀ ਇਫੈਕਟ ਪੈਂਦਾ। ਸਭ ਤੋਂ ਪਹਿਲਾਂ ਆਪਾਂ ਲਿਖਾਂਗੇ 올ਡ ਰੇਸ਼ੋ A, B and C। 올ਡ ਰੇਸ਼ੋ ਕਿੰਨੀ ਆ ਬੱਚੇ A ਦੀ? 5, 3, 2 ਐਂਡ ਐਕਵਾਇਰ ਰੇਸ਼ੋ ਕਿੰਨੀ ਆ? ਐਕਵਾਇਰ ਕਿੰਨਾ ਕਰ ਰਿਹਾ ਉਹ? 5/10 ਮਾਈਨਸ 1/10 ਔਰ B ਤੋਂ ਵੀ ਨਹੀਂ ਐਕਵਾਇਰ ਕਰ ਰਿਹਾ, ਮਾਈਨਸ 1/10। ਹੁਣ ਬੱਚੇ ਕੀ ਕਰਦੇ ਆ? ਇੱਥੇ 1/10 ਲਿਖਣ ਦੀ ਲੋੜ ਹੀ ਨਹੀਂ, ਕਿਉਂਕਿ ਉਹਨੇ ਟੋਟਲ ਕਿੰਨਾ ਐਕਵਾਇਰ ਕੀਤਾ? 1/5। ਸੋ 2/10 ਇਹਦੇ ਕੋਲ ਤਾਂ ਆਇਆ ਨਾ ਨਵਾਂ ਸ਼ੇਅਰ, ਇਹਦੇ ਕੋਲ ਤਾਂ ਇਨਕਰੀਜ਼ ਕੀਤਾ, ਤਾਂ ਆਪਾਂ ਇੱਥੇ ਕੀ ਕਰਾਂਗੇ ਬੱਚੇ? ਪਲੱਸ ਕਰ ਦਾਂਗੇ। ਕਲੀਅਰ? ਸੋ ਤੁਸੀਂ ਇਹਦੀ ਨਿਊ ਰੇਸ਼ੋ, ਇਹਦੀ ਬੱਚੇ ਨਿਊ ਰੇਸ਼ੋ ਕੀ ਆ ਕੈਲਕੂਲੇਟ ਕਰ ਲਓਗੇ। ਨਿਊ ਰੇਸ਼ੋ ਕਿੰਨੀ ਆ ਜਾਊਗੀ? ਹਰੀ ਆਪ ਜਲਦੀ ਕੈਲਕੂਲੇਟ ਕਰੋ। ਜੇ ਤੁਸੀਂ ਇਹਨੂੰ ਕੈਲਕੂਲੇਟ ਕਰੋਗੇ 5/10, 2/10, ਇਹ ਆ ਜਾਊਗਾ 4/10, 2/10 ਔਰ ਇਹਨੂੰ ਸੋਲਵ ਕਰੋਗੇ ਦੈਨ ਇਹ ਵੀ ਤੁਹਾਡਾ ਆ ਜਾਊਗਾ 4/10। ਸੋ ਨਿਊ ਰੇਸ਼ੋ ਕੀ ਬਣ ਗਈ? 4:2:4। ਕਲੀਅਰ ਬੱਚੇ? ਸਮਝ ਲੱਗੀ ਗੱਲ? ਜਿਹਦੇ ਚੋਂ ਜਾ ਰਿਹਾ ਵਾ, ਜਿਹਦਾ ਹਿੱਸਾ ਜਾ ਰਿਹਾ ਉਹਦਾ ਹਿੱਸਾ ਘਟੂਗਾ, ਉਹ ਚੋਂ ਮਾਈਨਸ ਕਰ ਦੇਣਾ, ਜਿਹਦੇ ਕੋਲ ਜਾ ਰਿਹਾ ਉਹਦੇ ਕੋਲੇ ਪਲੱਸ ਕਰ ਦੇਣਾ। ਕਲੀਅਰ ਬੱਚੇ? ਲਾਸਟ ਕੇਸ, ਇਫ A, B, C decide to share equally in future and their old ratio is 5:3:2। so बिना टाइम वेस्ट किए ओल्ड रेशियो लिखो A, B, C। ओल्ड रेशियो कितनी है? 5:3:2। ਹੁਣ ਇਕੁਅਲੀ ਮੀਨਸ ਜੇ 2 ਜਾਣੇ ਹੁੰਦੇ ਤਾਂ ਆਪਾਂ ਲਿਖਦੇ 1/2। ਜੇ 3 ਜਾਣੇ ਆ ਫੇਰ ਇਕੁਅਲੀ ਕਿੰਨਾ ਹੋਊਗਾ? 1/3 ਐਂਡ 1/3। ਹੁਣ ਉਹ ਕਹਿ ਰਿਹਾ ਕਿ ਅੱਜ ਤੋਂ ਬਾਅਦ ਅਸੀਂ ਡਿਸਾਈਡ ਕਰ ਲਿਆ ਕਿ ਅਸੀਂ ਇਕੁਅਲੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕਰਾਂਗੇ। ਹੁਣ ਤੁਸੀਂ ਇਸ ਚੀਜ਼ ਨੂੰ ਸਮਝਿਓ, ਜੋ ਤੁਸੀਂ ਕੈਲਕੂਲੇਟ ਕਰੋਗੇ ਇੱਥੇ ਲਿਖੋਗੇ। ਹੁਣ ਜਿਹੜੀ ਉਹਨਾਂ ਦੀ ਇਹ ਕੀ ਹੋਗੀ? ਇਹ ਕੀ ਹੋਇਆ ਬੱਚੇ? ਸਭ ਤੋਂ ਪਹਿਲਾਂ ਤਾਂ ਇਹ ਸਮਝੋ, ਆ ਕੀ ਆ? 올ਡ ਰੇਸ਼ੋ ਆ।
न्यू रेशो की है बच्चे, न्यू रेशो की है 1/3 1/3 1/3। ओल्ड रेशो कितनी सी 5/10 3/10 2/10। क्लियर। सो न्यू रेशो आह हुण जे आपां कैलकुलेट अच्छा कैलकुलेट करना होवे कि किनू फायदा होया किनू नुकसान, ये फायदा नुकसान नूं समझो हुंदा की है। मन के चलो आप ऑलरेडी कर चुके एग्जाम्पल कि ए ते बी पार्टनरशिप 75,000 आ, दोनों नूं 37,500 37,500 मिलदा वा, ते जदों जे रेशो चेंज हुई एक नूं फायदा हो गया एक नूं नुकसान हो गया। इत्थे भी उही चीज आ, जदों रेशो चेंज हुंदी आ बच्चे, जदों भी रेशोज दे विच चेंजिस आंदे आ, ओल्ड रेशो तो न्यू रेशो चेंजिस बनदे आ, तां किसी नूं फायदा या किसी नूं नुकसान जरूर हुंदा हुंदा। आजो आपां चैक करदे आ कि किनू गेन होया और किनू सैक्रीफाइस होया, कौन सैक्रीफाइस करिया। इहदे लई एक छोटा जिहा फार्मूला वा, फार्मूले नूं समझो। फार्मूला की आ, ओल्ड रेशो माइनस न्यू रेशो। ये कोई फार्मूला नहीं है, ये तो आपां नूं पता ही आ कि देखो जी मेरे कोले, मैं तुहानूं कह रहा कि मेरे कोले 3 चॉकलेट्स आ और एक चॉकलेट किसी ने ले ली, ते मेरे कोल कितने पिछे कितने बचियां जी, पहला मेरे कोल कितनियां सीगियां 3, ते हुण कितनियां 1, तिन्नां चों 1 कढ दो 2 बच गईयां। ते उही गल आ, ओल्ड रेशो कितनी आ ते न्यू रेशो कितनी आपां माइनस कर दो। ये कोई फार्मूला नहीं है, एक टेक्निकली अज अपने सामने आ गया, अगे आपां यही कुछ करते आए अपनी लाइफ दे विच। सो देखो 5/10 ओल्ड रेशो माइनस 1/3, 3/10 ओल्ड रेशो माइनस न्यू रेशो, ओल्ड रेशो माइनस न्यू रेशो। एनू तुसीं सॉल्व करोगे तो तुहाडे कोले बच्चे वैल्यूज आ जाणगियां। सो बच्चों जो तुसीं इहदा एलसीएम लओगे तुहाडे कोल इदां वैल्यूज आ जाणगियां। और देखो आपां कीता की आ, और इनू माइनस करोगे तो आ गया प्लस द 5/30, आ की आ गया माइनस द 1/30, और एक ही आ गया माइनस द 4/30। हुण इस चीज नूं समझो, जे तां तुसीं इत्थे देखोगे तो कन्फ्यूज होवोगे। इत्थे देखो ओल्ड रेशो माइनस न्यू रेशो, ओल्ड रेशो माइनस न्यू रेशो। सो बच्चे एक ही कर रहा, ओहदी पुरानी रेशो 15 सीगी ते न्यू रेशो कितनी होगी 10, घट गई ना 5 आ गया ना। ये देखण नूं पॉजिटिव आ, अदरवाइज तुसीं इहदे विच देखोगे 15 की आ ओल्ड आ, 10 की आ न्यू आ, दैट मीनस ये सैक्रीफाइस कर रहा। नेक्स्ट 9 ओल्ड आ, 10 की आ न्यू आ, इत्थे ये गेन कर रहा। इत्थे भी देखोगे 6 माइनस 10, कई बच्चे कंफ्यूज हो जाते, तां मैं इत्थे समझा रहा कि जो तुसीं एलसीएम लोगे तुहानूं इत्थे क्लीयर हो जाऊगा। ओल्ड माइनस न्यू, न्यू वड्डा वा, दैट मीनस वो गेन कर रहा। कुछ बच्चे रट्टा लगा लेंदे आ जी, जो पॉजिटिव आया वो ऑपोजिट आ सैक्रीफाइस आ, जो नैगेटिव आया वो गेन आ। सो इस चीज नूं क्लैरीफाई करन दे लई तुसीं इत्थों समझिया करो एलसीएम दे अंदर कि ओल्ड माइनस न्यू, ओल्ड वड्डा वा और न्यू छोटा वा, दैट मीनस आपां नूं नुकसान हो गया, दैट मीनस वो सैक्रीफाइस कर रहा पर्सन। क्लियर। सो बच्चों आह सैक्रीफाइसिंग रेशो और गेनिंग रेशो इदां कैलकुलेट होंदी है। आई होप कि तुहानूं तिन्ने टॉपिक तिन्ने केसिस समझ लग गए होणगे। इदां ही तुहानूं बार बार क्वेश्चनस दे विच पुट कीता जांदा कि ए ने बी तो इन्ना शेयर ले लिया, बी ने सी तो इन्ना शेयर ले लिया। बस इदां दे ही केसिस थोड़े नाल क्वेश्चनस दे विच डिस्कस कीते जांदे इस चैप्टर दे अंदर। सो आई होप तुहानूं तिन्ने कॉन्सैप्ट क्लीयर हो गए होणगे। हुण तुहानूं इहदा चेन सैक्रीफाइसिंग एंड गेनिंग रेशो कैलकुलेट करना आ गया होगा। सो थैंक यू सो मच। आपां अगली वीडियो दे विच करदे हां गुडविल एंड इट्स ट्रीटमेंट।